ਕਾਂਗਰਸ ਇੱਕ ਟਾਈਟੈਨਿਕ ਸ਼ਿਪ ਹੈ ਜਿਹੜੀ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ। ਮੈਂ ਤਾਂ ਕਿਹਾ ਸੀ ਵੀ ਜਾਖੜ ਸਾਹਿਬ ਇਜ਼ ਅ ਰਾਈਟ ਪਾਰਟੀ ਫॉर ਯੂ। ਹਾਊਸ ਆਫ ਐਲਡਰਸ ਰਾਜ ਸਭਾ ਕਿਹਾ ਜਾਂਦਾ ਹੈ ਤਾਂ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਹੈ ਭਾਜਪਾ ਦੇ। ਹੋ ਸਕਦਾ ਹੈ ਪਾਰਟੀ ਇਹ ਸੋਚ ਲੈ। ਇਹਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਦੇ ਵਿੱਚ ਪ੍ਰੋਟੈਸਟ ਕੀਤਾ ਹੈ। ਹਾਥੀ ਦੇ ਚੜੇ ਨੇ, ਕਹਿੰਦੇ ਕਿ ਰੇਟ ਬਹੁਤ ਵੱਧ ਰਹੇ ਨੇ ਦਾਮਾਂ ਦੇ, ਔਰ ਅੱਜ ਝਟਕਾ ਉਹਨਾਂ ਨੂੰ ਵੀ ਲੱਗਿਆ, 1 ਸਾਲ ਦੀ ਸਜ਼ਾ ਵੀ ਹੋਈ। ਇੱਕ ਘੋੜੀ ਦਾ ਰਾਜੇ ਵੜਿੰਗ ਨੇ ਵੀ ਕੱਲ ਇੰਤਜ਼ਾਮ ਕੀਤਾ ਤੇ ਉਹਨੇ ਕਿਹਾ ਵੀ ਨਵਜੋਤ ਸਿੱਧੂ ਮੇਰੇ ਤੋਂ ਅੱਗੇ ਨਾ ਕਿਤੇ ਲੰਘ ਜੇ। ਲੀਡਰਾਂ ਨਾਲ ਗੱਲਬਾਤ ਹੁੰਦੀ ਹੋਗੀ, ਰਾਜਾ ਵੜਿੰਗ ਨੂੰ ਪ੍ਰਧਾਨ ਐਕਸੈਪਟ ਕਰ ਲਿਆ ਕਾਂਗਰਸ ਦੇ ਲੀਡਰਾਂ ਨੇ। ਕੱਲ ਦਾ ਜੇ ਯੂਥ ਦਾ ਪ੍ਰੈਜ਼ੀਡੈਂਟ ਸੀ, ਸੀਨੀਅਰ ਲੀਡਰਸ਼ਿਪ ਸ਼ਾਇਦ ਇਸ ਗੱਲ ਨਾਲ ਰਾਜੀ ਨਾ ਹੋਵੇ। ਕਾਂਗਰਸ ਇਹੋ ਜਿਹਾ ਡਿਸੀਜਨ ਲਊਗੀ ਤੇ ਕਾਂਗਰਸ ਛੇਤੀ ਟੁੱਟੇਗੀ। ਪ੍ਰਧਾਨ ਤਾਂ ਕਹਿੰਦੇ ਕਿ ਅਸੀਂ ਹੁਣ ਪਾਰਟੀ ਨੂੰ ਇੱਕੋ ਲਾਈਨ ਦੇ ਵਿੱਚ ਖੜਾ ਕਰ ਦਾਂਗੇ। ਡਿਸਪਲਿਨ ਦੀ ਗੱਲ ਆਪਣੇ ਤੋਂ ਸ਼ੁਰੂ ਕਰੇ ਪਹਿਲੇ। ਮਨਪ੍ਰੀਤ ਬਾਦਲ ਦੇ ਖਿਲਾਫ ਸ਼ਰੇਆਮ ਉਹਨਾਂ ਜਾ ਕੇ ਕਿਹਾ ਵੀ ਇਹਨੂੰ ਹਰਾਓ। ਬਾਦਲ ਤਾਂ ਨਹੀਂ ਭਾਜਪਾ ਚਾਹ ਰਹੇ। ਚੰਗੇ ਬੰਦੇ ਦੀ ਬੀਜੇਪੀ ਦੇ ਵਿੱਚ ਜਗ੍ਹਾ ਹੈ। ਅਸੀਂ ਕਾਂਗਰਸ ਦੇ ਹੀਰੇ ਲੈ ਕੇ ਵੀ ਆਵਾਂਗੇ ਜਿਹੜੇ ਗੱਲ ਕਰਦੇ ਫਿਰਦੇ ਨੇ। ਜੇ ਇਹਨਾਂ 'ਚ ਰਹਿ ਜਾਏਗਾ ਕੋਈ ਤਾਂ ਗੱਲ ਕਰੇ। ਤੁਹਾਨੂੰ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਜਿਹੜੇ ਲੀਡਰ ਨੇ ਨਾ, ਉਹ ਆਉਣ ਨੂੰ ਫਿਰਦੇ ਨੇ, ਟਾਈਮ ਮੰਗਦੇ ਨੇ। ਆਮ ਆਦਮੀ ਪਾਰਟੀ ਦਾ ਕੋਈ ਨਹੀਂ। दौड़ेगा भागेगा बाबा ऑल सीजन्स के लिए कुछ भी करेगा। आई एम अ मैन ऑफ ऑल सीजन्स। ਕਾਂਗਰਸ ਦੇ ਵਿੱਚ ਮਜ਼ਬੂਤੀ ਲੈ ਕੇ ਆਉਣ ਦੇ ਲਈ ਕਾਂਗਰਸ ਉਦੈਪੁਰ ਦੇ ਵਿੱਚ ਚਿੰਤਨ ਸ਼ਿਵਰ ਕਰਦੀ ਹੈ, ਪਰ ਉਹ ਚਿੰਤਨ ਸ਼ਿਵਰ ਤੋਂ ਬਾਅਦ ਕਾਂਗਰਸ ਨੂੰ ਝਟਕਾ ਲੱਗਦਾ ਹੈ। ਸੁਨੀਲ ਜਾਖੜ ਪਾਰਟੀ ਛੱਡਦੇ ਨੇ ਔਰ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ। ਸਾਡੇ ਨਾਲ ਉਹਨਾਂ ਦੇ ਹੀ ਪਾਰਟੀ ਦੇ ਸਾਥੀ ਫਤਿਹ ਜੰਗ ਬਾਜਵਾਨੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਇੱਕ ਪਾਸੇ ਚਿੰਤਨ ਸ਼ਿਵਰ ਔਰ ਦੂਸਰੇ ਪਾਸੇ ਸ਼ਿਵਰਿੰਗ। ਇਹ ਚਿੰਤਨ ਸ਼ਿਵਰ ਨਹੀਂ ਸੀ ਜੀ, ਇਹ ਚਿੰਤਾ ਦਾ ਸ਼ਿਵਰ ਸੀ। ਬੇਸਿਕਲੀ ਕਾਂਗਰਸ ਇੱਕ ਟਾਈਟੈਨਿਕ ਸ਼ਿਪ ਹੈ ਜਿਹੜੀ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ। ਮੋਰੀਆਂ ਹੋ ਚੁੱਕੀਆਂ ਨੇ। ਉਹਨੇ ਵੇਖਣਾ ਵੀ ਕਿੰਨੇ ਚਿਰ 'ਚ ਬਿਲਕੁਲ ਥੱਲੇ ਸਮੁੰਦਰ 'ਚ ਸਮਾ ਜਾਏਗੀ। ਕਾਂਗਰਸ ਆਪਣੇ ਵਰਕਰ ਤੋਂ ਬਹੁਤ ਦੂਰ ਜਾ ਚੁੱਕੀ ਹੈ ਗਗਨ ਜੀ। ਜਦੋਂ ਤੁਸੀਂ ਵਰਕਰ ਦੀ ਸਾਰ ਨਹੀਂ ਲੈਂਦੇ, ਜਦੋਂ ਤੁਸੀਂ ਵਰਕਰ ਨਾਲ ਜੁੜੇ ਨਹੀਂ, ਲੀਡਰ ਉਹ ਹੁੰਦਾ ਜਿਹੜਾ ਵਰਕਰ ਨਾਲ ਜੁੜਿਆ ਤੇ ਵਰਕਰ ਉਸ ਲੀਡਰ ਦੇ ਕਿੱਲੇ ਨਾਲ ਵੱਜਾ ਹੁੰਦਾ ਹੈ। ਹਿੰਦੁਸਤਾਨ ਜਦੋਂ ਵੀ ਕੋਈ ਇਹੋ ਜਿਹੀ ਪਰਿਸਥਿਤੀ ਆਈ ਤੇ ਉਸ ਵਕਤ ਰਾਹੁਲ ਗਾਂਧੀ ਜੀ ਬਾਹਰਲੇ ਮੁਲਕ ਚਲ ਜਾਂਦੇ ਰਹੇ ਨੇ। ਉੱਥੇ ਜਾ ਕੇ ਉਹਨਾਂ ਨੇ ਆਪਣੀ ਹੌਲੀਡੇਇੰਗ ਕਰਨੀ। ਮੁਲਕ 'ਚ ਕੀ ਹੋ ਰਿਹਾ, ਕਾਂਗਰਸ ਕੀ ਕਰ ਰਹੀ ਹੈ, ਉਹਨਾਂ ਨੂੰ ਕੋਈ ਉਹਦੀ ਕੋਈ ਗੱਲਬਾਤ ਨਹੀਂ। ਕਿਸੇ ਲੀਡਰ ਦੇ ਨਾਲ ਉਹ ਟੈਲੀਫੋਨ ਤੇ ਨਹੀਂ, ਕਿਸੇ ਵਰਕਰ ਨਾਲ ਉਹ ਟੈਲੀਫੋਨ ਤੇ ਨਹੀਂ। ਜਦੋਂ ਤੁਸੀਂ ਆਪਣੇ ਵਰਕਰ ਦੀ ਪਹਿਚਾਣ ਹੀ ਨਹੀਂ ਰੱਖਦੇ ਤੇ ਫਿਰ ਤੁਸੀਂ ਕਿਹਦੇ ਲਈ ਕੰਮ ਕਰੋਗੇ? ਭਾਜਪਾ 'ਚ ਤੁਹਾਡੇ ਨਾਲ ਸਾਰੀ ਗੱਲਾਂ ਬਾਤਾਂ ਹੁੰਦੀਆਂ ਵੱਡੇ ਲੀਡਰਾਂ ਦੀਆਂ? ਸਾਰੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ। ਇਹੋ ਗੱਲ ਹੈ ਵੀ ਬੀਜੇਪੀ ਦੇ ਵਿੱਚ ਜੇਪੀ ਨੱਡਾ ਜੀ ਬਾਜਵਾ ਨੂੰ ਜਾਣਦੇ ਨੇ, ਅਮਿਤ ਸ਼ਾਹ ਜੀ ਬਾਜਵਾ ਨੂੰ ਜਾਣਦੇ ਨੇ, ਪ੍ਰਧਾਨ ਮੰਤਰੀ ਜੀ ਜਾਣਦੇ ਨੇ ਬਾਜਵਾ, ਤੇ ਹੋਰ ਇਸ ਤੋਂ ਵੱਧ ਕੀ ਹੈ? ਗੱਲ ਤੇ ਇੱਜ਼ਤ ਮੰਨਦੀ ਹੈ। ਤੁਹਾਨੂੰ ਪਾਰਟੀ ਦੇ ਵਿੱਚ ਸਤਿਕਾਰ ਮਿਲਦਾ ਕਿ ਨਹੀਂ ਮਿਲਦਾ? ਤੁਹਾਨੂੰ ਸਤਿਕਾਰ ਮਿਲਦਾ, ਤੁਸੀਂ ਸਟੇਜ ਤੇ ਜਾਂਦੇ ਹੋ, ਤੁਹਾਨੂੰ ਉਹ ਆਵਾਜ਼ ਲੈ ਕੇ ਕਹਿੰਦੇ ਬਾਜਵਾ ਜੀ ਇੱਧਰ ਆਓ, ਨਾਲ ਖੜੋ। ਸੋ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਕਾਂਗਰਸ 'ਚ ਇਹ ਚੀਜ਼ਾਂ ਮਿਸਿੰਗ ਨੇ। ਕਾਂਗਰਸ 'ਚ ਧੜੇਬੰਦੀ, ਇੱਕ ਧੜਾ ਹੈ, 4-4 5-5 ਧੜੇ ਨੇ, ਇੱਕ ਦੂਜੇ ਨੂੰ ਮਾਰਨ ਦੀ ਸਥਿਤੀ ਬਣੀ ਰਹਿੰਦੀ ਹੈ। ਕੋਈ ਕਹਿੰਦਾ ਵੀ ਮੈਂ ਪ੍ਰਧਾਨ ਕਿੱਦਾਂ ਬਣਾ, ਉਹ ਦੂਜੇ ਨੂੰ ਕਿੱਦਾਂ। ਇਸੇ ਚੱਕਰ ਦੇ ਵਿੱਚ ਹੀ ਕਾਂਗਰਸ ਆਪਣੇ ਆਪ ਨੂੰ ਖਤਮ ਕਰ ਬੈਠੀ। ਪ੍ਰਧਾਨ ਤਾਂ ਕਹਿੰਦੇ ਕਿ ਅਸੀਂ ਹੁਣ ਪਾਰਟੀ ਨੂੰ ਇੱਕੋ ਲਾਈਨ ਦੇ ਵਿੱਚ ਖੜਾ ਕਰ ਦਾਂਗੇ। ਕਹਿੰਦੇ ਲਾਈਨ ਟੇਢੀ ਮੇਢੀ ਨਹੀਂ ਹੋਊਗੀ, ਇੱਕੋ ਲਾਈਨ ਦੇ ਵਿੱਚ ਪਾਰਟੀ ਹੋਊਗੀ। ਔਰ 3 D ਲਾਉਣ ਦਾ ਉਹ ਗੱਲ ਕਹਿੰਦੇ ਨੇ, ਡਾਇਲੌਗ, ਡੈਡੀਕੇਸ਼ਨ ਔਰ ਡਿਸਪਲਿਨ। ਡਿਸਪਲਿਨ ਤੇ ਜ਼ੋਰ ਦੇ ਰਹੇ ਨੇ। ਤਾਂ ਲੱਗਦਾ ਹੈ ਕਾਂਗਰਸ ਦੇ ਵਿੱਚ ਜਿੱਥੇ 3 D ਦੇ ਉੱਤੇ ਕੰਮ ਕਰਨ ਦੀ ਗੱਲ ਨਵੇਂ ਪ੍ਰਧਾਨ ਕਹਿ ਰਹੇ ਨੇ, ਔਰ ਉੱਥੇ ਹੀ ਕਾਂਗਰਸ ਨੂੰ ਝਟਕੇ ਲੱਗ ਰਹੇ ਨੇ। ਡਿਸਪਲਿਨ ਦੀ ਗੱਲ ਆਪਣੇ ਤੋਂ ਸ਼ੁਰੂ ਕਰੇ ਪਹਿਲੇ। ਮਨਪ੍ਰੀਤ ਬਾਦਲ ਦੇ ਖਿਲਾਫ ਸ਼ਰੇਆਮ ਉਹਨਾਂ ਜਾ ਕੇ ਕਿਹਾ ਵੀ ਇਹਨੂੰ ਹਰਾਓ। ਮਨਪ੍ਰੀਤ ਬਾਦਲ ਦੇ ਬ੍ਰਦਰ ਇਨ ਲਾਅ ਨੇ ਕਾਨਫਰੰਸ 'ਚ ਇਹ ਗੱਲ ਕਹੀ ਹੈ ਕਿ ਉਹ ਆਪਣੇ ਤੋਂ ਸ਼ੁਰੂ ਕਰੂ ਗੱਲ। ਇਹ ਵੇ ਗੱਲਾਂ ਨੇ। ਇਹ ਕੱਲ ਦੇ ਜਿਹੜੇ ਮੈਂ ਹੁਣ ਕੀ ਕਵਾਂ, ਇਹ ਦੱਸਣ ਲੱਗ ਪਏ ਨੇ ਕਾਂਗਰਸ ਕਿੱਦਾਂ ਚੱਲੇਗੀ। ਇਹ ਪਹਿਲੇ ਆਪਣੇ ਆਪ ਨੂੰ ਡਿਸਪਲਿਨ ਕਰਨ।
ਮੈਂ ਇਹੋ ਗੱਲ ਕਹਿ ਰਿਹਾ ਵੀ ਜਿਹੜੇ ਵੀ ਜਿਹਨੂੰ ਵੀ ਪਾਰਟੀ ਬਣਾਉਂਦੀ ਹੈ ਉਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਤੁਰਦੀ, ਬਲਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਨਸਾਈਟ ਕਰਦੇ ਨੇ ਤੇ ਇਹ ਕੌਣ ਹੁੰਦਾ ਹੈ, ਕੀ ਗੱਲ ਹੈ। ਪਾਰਟੀ ਵਿੱਚ ਆਪਸ 'ਚ ਬਹਿ ਕੇ ਕਿਤੇ ਵੀ ਯੂਨਾਈਟਿਡਲੀ ਕਿਤੇ ਗੱਲ ਕੀਤੀ ਨਹੀਂ ਜਾਂਦੀ। ਕਾਂਗਰਸ ਇਹ ਕਹਿ ਰਹੀ ਹੈ, ਨਵੇਂ ਪ੍ਰਧਾਨ ਇਹ ਵੀ ਕਹਿ ਰਹੇ ਨੇ ਰਾਜਾ ਵੜਿੰਗ, ਕਹਿੰਦੇ ਸੰਗਰੂਰ ਸੀਟ ਵੀ ਅਸੀਂ ਜਿੱਤ ਰਹੇ ਹਾਂ ਔਰ ਪਾਰਟੀ 'ਚ ਮਜ਼ਬੂਤੀ ਕਹਿੰਦੇ ਸਾਡੇ ਵੱਲੋਂ ਹੁਣ ਪੂਰੀ ਲੈ ਕੇ ਆਈ ਜੋ। ਤੇ ਸੀਟ ਕਿੱਥੋਂ ਜਿੱਤ ਰਿਹਾ ਉਹ ਜਿਹੜਾ ਇਲੈਕਸ਼ਨ ਜਿਹੜੀ ਹੁਣ ਇੰਦਰ ਸਿੰਘਲਾ, ਉਹ ਤੇ ਅਜੇ ਤੱਕ ਸੰਗਰੂਰ ਵੜਿਆ ਨਹੀਂ। ਜਿਹੜਾ ਮੰਤਰੀ ਸੀ, ਜਿਹੜਾ ਪਹਿਲੇ ਉਥੋਂ ਸੰਗਰੂਰ ਤੋਂ MP ਵੀ ਰਿਹਾ ਸੀ, ਉਹ ਅਜੇ ਤੱਕ ਸੰਗਰੂਰ ਨਹੀਂ ਵੜਿਆ। ਤੇ ਕਿਦੋਂ ਇਹਨਾਂ ਨੇ ਜਿੱਤ ਜਾਣੀ? ਇਹ ਕਹਿਣ ਦੀਆਂ ਗੱਲਾਂ ਨੇ, ਇਹ ਕਹਿਣ ਦੀਆਂ ਗੱਲਾਂ ਨੇ, ਉਹਨਾਂ ਕੋਲ ਹੈ ਨਹੀਂ ਪੱਲੇ ਥੱਲੇ ਕੁਝ ਵੀ। ਦੇਖੋ ਤੁਸੀਂ ਜ਼ਿਕਰ ਕੀਤਾ ਕਿ ਟਾਈਟੈਨਿਕ ਸ਼ਿਪ ਵਾਂਗੂ ਹੈ ਕਾਂਗਰਸ ਔਰ ਡੁੱਬਦੀ ਜਾ ਰਹੀ ਹੈ, ਮੋਰੀਆਂ ਹੋ ਗਈਆਂ, ਤਾਂ ਫਤਿਹ ਜੰਗ ਬਾਜਵਾ ਨੂੰ ਇਹ ਪਹਿਲਾਂ ਪਤਾ ਚੱਲ ਗਿਆ ਸੀ ਕਿ ਟਾਈਟੈਨਿਕ ਵਾਲਾ ਹਾਲ ਕਾਂਗਰਸ ਦਾ ਹੋਣ ਵਾਲਾ, ਤਾਂ ਹੀ ਤੁਸੀਂ ਪਹਿਲਾਂ ਸੇਫਲੀ ਆਪਣੀ ਇਵੈਕੂਏਸ਼ਨ ਜਿਹੜੀ ਹੈਗੀ ਉਹਦੇ ਵਿੱਚੋਂ ਕਰ ਲਈ। ਅਸੀਂ ਤੇ ਮੋਰੀ ਨੂੰ ਕਿਤੇ ਠੀਕ ਵੀ ਕਰ ਲੈਂਦੇ, ਭਰਪੂਰ ਦਿੰਦੇ, ਪਰ ਜਦੋਂ ਮੋਰੀਆਂ ਇਹਨਾਂ ਨੇ ਇੰਸ਼ੋਰ ਕੀਤਾ ਵੀ ਨਹੀਂ ਵੀ ਵੀ ਡੋਂਟ ਵਾਂਟ ਯੂ, ਤੇ ਫਿਰ ਠੀਕ ਹੈ। ਫਿਰ ਜਦੋਂ ਬੰਦਾ ਆਪ ਆਂਦਾ ਸੋਚਦਾ ਸੀ ਪੋਲੀਟੀਕਲ ਲੋਕਾਂ ਨਾਲ ਜੁੜੇ ਹੋਏ ਵਿਅਕਤੀ ਆ, ਤੇ ਫਿਰ ਅਸੀਂ ਆਪਣਾ ਰਾਹ ਲੱਭਿਆ ਤੇ ਉਸ ਰਾਹ ਤੇ ਸਾਨੂੰ ਖੁਸ਼ੀ ਹੈ, ਔਰ ਉਸ ਰਾਹ ਤੇ ਅਸੀਂ ਕਾਂਗਰਸ ਦੇ ਹੀਰੇ ਲੈ ਕੇ ਵੀ ਆਵਾਂਗੇ ਜਿਹੜੇ ਗੱਲ ਕਰਦੇ ਫਿਰਦੇ ਨੇ। ਜੇ ਇਹਨਾਂ 'ਚ ਰਹਿ ਜਾਏਗਾ ਕੋਈ ਤਾਂ ਗੱਲ ਕਰਿਓ। ਤੁਹਾਡੀ ਗੱਲਬਾਤ ਹੋ ਰਹੀ ਹੈ, ਹੋਰ ਵੀ ਲੀਡਰ ਕੀ ਆਉਣ ਨੂੰ ਤਿਆਰ ਨੇ ਭਾਜਪਾ 'ਚ? ਦੇਖੋ ਮੈਂ ਤੁਹਾਨੂੰ ਇੱਕੋ ਗੱਲ ਦੱਸਾਂ, ਭਾਜਪਾ ਨਾ ਤਾਂ ਕਿਸੇ ਸ਼ਰਤਾਂ ਤੇ ਕਿਸੇ ਨੂੰ ਲੈ ਕੇ ਆਂਦੀ ਹੈ ਤੇ ਨਾ ਕੋਈ ਕਿਸੇ ਨੂੰ ਝੂਠਾ ਲਾਰਾ ਲਾਉਂਦੀ ਹੈ। ਕੋਈ ਆਣਾ ਚਾਹੁੰਦਾ ਪਾਰਟੀ ਦੇ ਵਿੱਚ, ਮੋਸਟ ਵੈਲਕਮ। ਪਰ ਜਿੱਦਾਂ ਜਾਖੜ ਸਾਹਿਬ ਦੀ ਗੱਲਬਾਤ ਸੀ ਤੇ ਜਾਖੜ ਸਾਹਿਬ ਨੇ ਇਹ ਸਾਈਡ ਚੁਣੀ ਤੇ ਨੈਚੁਰਲੀ ਉਹਨਾਂ ਨੇ ਚਾਰ ਕਿਸੇ ਲੀਡਰਾਂ ਨਾਲ ਗੱਲਬਾਤ ਕਰਕੇ ਹੋਈ ਸੀ ਗੱਲਬਾਤ? ਮੇਰੇ ਨਾਲ ਗੱਲ ਹੋਈ ਸੀ, ਮੈਂ ਤਾਂ ਉਹਨਾਂ ਨੂੰ ਪ੍ਰੇਰਿਤ ਕੀਤਾ ਸੀ। ਮੈਂ ਤਾਂ ਕਿਹਾ ਸੀ ਵੀ ਜਾਖੜ ਸਾਹਿਬ ਇਜ਼ ਅ ਰਾਈਟ ਪਾਰਟੀ ਫॉर ਯੂ। ਜਿਹੜਾ ਇੱਜ਼ਤਮਾਨ, ਉਹਨਾਂ ਮੈਨੂੰ ਇਹ ਪੁੱਛੀ ਗੱਲ ਵੀ ਬਾਜਵਾ ਜੀ ਤੁਹਾਨੂੰ ਇੱਜ਼ਤਮਾਨ ਸਤਿਕਾਰ ਪਾਰਟੀ ਨੇ ਦਿੱਤਾ? ਮੈਂ ਕਿਹਾ ਵੀ ਜਾਖੜ ਸਾਹਿਬ, ਜਦੋਂ ਮੈਂ ਗੱਲਾਂ ਦੱਸੀਆਂ ਤੇ ਹੀ ਵਾਸ ਟੋਟਲੀ ਸਰਪ੍ਰਾਈਜ਼ ਐਂਡ ਹੀ ਸੈਡ ਵੀ ਸੱਚੀ ਗੱਲ ਕਰ ਰਹੇ ਹੋ? ਮੈਂ ਕਿਹਾ ਜੀ ਮੈਂ ਬਿਲਕੁਲ ਸੱਚਾਈ ਤੇ ਗੱਲ ਕਰ ਰਿਹਾ, ਤੇ ਤੁਸੀਂ ਜੇ ਆਓਗੇ ਤੇ ਤੁਹਾਨੂੰ ਇੱਜ਼ਤਮਾਨ ਮਿਲੇਗਾ, ਸਤਿਕਾਰ ਮਿਲੇਗਾ, ਔਰ ਇਸ ਪਾਰਟੀ 'ਚ ਤੁਹਾਨੂੰ ਕੰਮ ਕਰਕੇ ਵੀ ਖੁਸ਼ੀ ਹੋਏਗੀ। ਲੱਗਦਾ ਹੁਣ ਇੱਜ਼ਤਮਾਨ ਕਹਿੰਦੇ, ਹਾਲਾਂਕਿ ਸੁਨੀਲ ਜਾਖੜ ਇਹ ਗੱਲ ਕਹਿ ਚੁੱਕੇ ਨੇ ਕਿ ਐਕਟਿਵ ਪੋਲਿਟਿਕਸ ਤੋਂ ਮੈਂ ਸੰਨਿਆਸ ਲੈ ਲਿਆ, ਹਾਊਸ ਆਫ ਐਲਡਰਸ ਰਾਜ ਸਭਾ ਕਿਹਾ ਜਾਂਦਾ ਹੈ, ਤਾਂ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਹੈ ਭਾਜਪਾ ਦੇ? ਦੇਖੋ ਜੀ 72 ਸੀਟਾਂ ਭਾਜਪਾ ਕੋ ਰਾਜ ਸਭਾ ਦੀਆਂ ਹੈਗੀਆਂ ਨੇ। ਜੇ ਉਹਨਾਂ ਦਾ ਮਨ ਹੋਏਗਾ ਵੀ ਉਹਨਾਂ ਦੀ ਕਿਤੇ ਨਾ ਕਿਤੇ ਉਹਨਾਂ ਨੇ ਡਿਊਟੀ ਲੈਣੀ, ਕੋਈ ਕੰਟਰੀਬਿਊਸ਼ਨ ਜਾਂ ਕੋਈ ਲੈਣਾ, ਹੋ ਸਕਦਾ ਹੈ ਪਾਰਟੀ ਇਹ ਸੋਚ ਲੈ, ਪਰ ਸ਼ਰਤਾਂ ਤੇ ਨਹੀਂ ਉਹ ਲੈਣਗੇ ਕਦੀ ਵੀ। ਉਹ ਪਹਿਲੇ ਮੈਂ ਤੁਹਾਨੂੰ ਜੀ ਆਹ ਗੱਲ ਹੋਏਗੀ ਤੇ ਇਦਾਂ ਹੋਏ, ਨੋ। ਹੋਰ ਲੀਡਰ ਵੀ ਫੀਡਬੈਕ ਮੰਗ ਰਹੇ ਨੇ, ਪੁੱਛਦੇ ਨੇ ਤੁਹਾਨੂੰ, ਜਦੋਂ ਤੁਹਾਡੀ ਤਾਂ ਗੱਲਬਾਤ ਹੁੰਦੀ ਹੋਊਗੀ ਸਿਆਸਤ ਦੇ ਵਿੱਚ ਤਾਂ ਹਰ ਚੀਜ਼ਾਂ ਡਿਸਕਸ ਹੁੰਦੀਆਂ ਨੇ, ਤੁਹਾਨੂੰ ਆਫ ਦਾ ਰਿਕਾਰਡ ਪੁੱਛਦੇ ਹੋਣਗੇ ਕਿਵੇਂ ਭਾਜਪਾ ਦੇ ਵਿੱਚ ਕੰਮ ਚੱਲ ਰਿਹਾ, ਕਿਹੜੇ ਲੀਡਰ ਨੇ, ਕਿਹੜੀ ਪਾਰਟੀਆਂ ਨੇ ਤੁਹਾਡੇ ਨਾਲ ਉਹ ਚਰਚਾ ਕਰ ਰਹੇ? ਨਾਮ ਨਾ ਲਿਓ, ਮੈਨੂੰ ਪਤਾ ਨਾਮ ਨਹੀਂ ਤੁਸੀਂ ਲੈਣਾ, ਪਰ ਕਿਹੜੀ ਪਾਰਟੀਆਂ ਲੀਡਰ ਆ ਕੇ ਤੁਹਾਨੂੰ ਫੀਡਬੈਕ ਮੰਗਦੇ? ਤੁਸੀਂ ਥੋੜਾ ਜਿਹਾ ਰੁਕੋ, ਤੁਹਾਨੂੰ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਵੱਡੇ ਜਿਹੜੇ ਲੀਡਰ ਨੇ ਨਾ, ਉਹ ਆਉਣ ਨੂੰ ਫਿਰਦੇ ਨੇ, ਟਾਈਮ ਮੰਗਦੇ ਨੇ, ਉਹਨਾਂ ਤੇ ਵਿਚਾਰ ਕੀਤਾ ਜਾ ਰਿਹਾ। ਇੱਕ ਗੱਲ ਕਹਿਦਾ, ਆਮ ਆਦਮੀ ਪਾਰਟੀ ਦਾ ਕੋਈ ਨਹੀਂ ਜੇ, ਆਮ ਆਦਮੀ ਪਾਰਟੀ ਦਾ ਕੋਈ ਲੀਡਰ ਨਹੀਂ ਲੈਣਾ ਉਹਨੂੰ, ਉਹਨਾਂ ਨੂੰ ਛੱਡ ਕੇ। ਤੇ ਜੇਕਰ ਸਾਨੂੰ ਕੋਈ ਤਿਆਰ ਨਹੀਂ, ਕਿਉਂਕਿ ਰਾਣਾ ਸੋਢੀ ਉਹਨਾਂ ਨੇ ਵੀ ਪ੍ਰੋ ਪੰਜਾਬ ਤੇ ਗੱਲਬਾਤ ਕੀਤੀ ਸੀ, ਉਹ ਕਹਿੰਦੇ 21 ਲੀਡਰ ਆਮ ਆਦਮੀ ਪਾਰਟੀ ਦੇ ਵੀ ਦੁਖੀ ਹੋਏ ਪਏ ਨੇ ਜਿਨ੍ਹਾਂ ਨੂੰ ਕੈਬਨਿਟ 'ਚ ਥਾਂ ਨਹੀਂ ਮਿਲੀ, ਕਹਿੰਦੇ ਉਹ ਵੀ ਪੁੱਛਦੇ ਨੇ ਭਾਜਪਾ ਦੇ ਬਾਰੇ, ਮੇਰੇ ਨਾਲ ਕਹਿੰਦੇ ਚਰਚਾ ਕਰਦੇ। ਦੇਖੋ ਮੈਂ ਕਿਸੇ ਪਾਰਟੀ ਨੂੰ ਕੋਈ ਮਾੜਾ ਚੰਗਾ ਨਹੀਂ ਕਹਿਣਾ, ਉਹਨਾਂ ਨੂੰ ਮਿਲੇ ਹੋਣਗੇ, ਉਹਨਾਂ ਨੂੰ ਕਿਹਾ ਹੋਏਗਾ ਤੇ ਉਹਨਾਂ ਨੂੰ ਪਤਾ ਹੋਊਗਾ, ਪਰ ਜੋ ਪਾਰਟੀ ਦੀ ਲਾਈਨ ਹੈ, ਜੋ ਫਤਿਹ ਜੰਗ ਸਿੰਘ ਬਾਜਵਾ ਨੂੰ ਪਤਾ ਹੈ, ਉਹ ਇੱਕ ਵੀ ਬੰਦਾ ਆਪ ਆਦਮੀ ਪਾਰਟੀ ਚੋਂ ਨਹੀਂ ਲੈਣਾ ਚਾਹੁੰਦਾ। ਕੱਲ ਹੀ ਕਾਂਗਰਸ ਦੇ ਲਈ ਦਰਵਾਜ਼ੇ ਖੁੱਲੇ ਨੇ ਜੇ ਕੋਈ ਚੰਗਾ ਬੰਦਾ ਹੈ, ਚੰਗੇ ਤੋਂ ਭਾਵ ਜਿਹੜਾ ਪੋਲੀਟੀਕਲੀ ਲੋਕਾਂ ਨਾਲ ਜੁੜਿਆ ਹੋਏ, ਪੋਲੀਟੀਕਲੀ ਲੋਕਾਂ ਨਾਲ ਜੁੜਿਆ ਹੋਏ, ਜਿਹੜਾ ਜਿਹਦੇ ਨਾਲ ਪਾਰਟੀ ਦੀ ਦਿੱਖ ਨੂੰ, ਪਾਰਟੀ ਦੇ ਅਕਸ ਨੂੰ ਫਰਕ ਪੈਂਦਾ ਹੈ, ਤੇ ਡੈਫੀਨਿਟਲੀ ਉਹਦੇ ਬਾਰੇ ਬੀਜੇਪੀ ਸੋਚੇਗੀ। ਮਹਿੰਗਾਈ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਦੇ ਵਿੱਚ ਪ੍ਰੋਟੈਸਟ ਕੀਤਾ ਹੈ, ਹਾਥੀ ਦੇ ਚੜੇ ਨੇ, ਕਹਿੰਦੇ ਕਿ ਰੇਟ ਬਹੁਤ ਵੱਧ ਰਹੇ ਨੇ ਦਾਮਾਂ ਦੇ, ਔਰ ਅੱਜ ਝਟਕਾ ਉਹਨਾਂ ਨੂੰ ਵੀ ਲੱਗਿਆ, 1 ਸਾਲ ਦੀ ਸਜ਼ਾ ਵੀ ਹੋਗੀ। ਦੇਖੋ ਇਹ ਤੇ ਸ਼ਾਇਦ ਉਹਨਾਂ ਦੇ ਵਕੀਲ ਨੇ ਸਜ਼ਾ ਵਾਲਾ, ਤੇ ਪਤਾ ਉਹਨਾਂ ਨੂੰ ਪਹਿਲੇ ਪਤਾ ਲੱਗ ਗਿਆ ਹੋਣਾ। ਹਾਥੀ ਤੇ ਅੱਜ ਮੈਂ ਚੜੇ ਜ਼ਰੂਰ ਵੇਖੇ ਨੇ, ਰੇਟ ਦੀ ਉੱਚੀ ਗੱਲ ਕਰ ਰਹੇ ਸੀ, ਤੇ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਇੱਕ ਘੋੜੀ ਦਾ ਰਾਜੇ ਵੜਿੰਗ ਨੇ ਵੀ ਕੱਲ ਇੰਤਜ਼ਾਮ ਕੀਤਾ
ਤੇ ਉਹਨੇ ਕਿਹਾ ਵੀ ਨਵਜੋਤ ਸਿੱਧੂ ਮੇਰੇ ਨਾਲ ਅੱਗੇ ਨਾ ਕਿਤੇ ਲੰਘ ਜੇ ਤੇ ਪਾਰਟੀ ਤੇ ਮੈਂ ਚਲਾ ਰਿਹਾ ਤੇ ਇਹ ਸ਼ੋਅ ਕਰ ਰਿਹਾ ਵੀ ਪ੍ਰਧਾਨ ਸ਼ਾਇਦ ਮੈਂ ਹੀ ਆ ਤੇ ਇਹਨਾਂ ਦਾ ਆਪਸ ਦੇ ਸਿੰਘ ਫਸਣੇ ਨੇ ਅਜੇ ਤੇ ਕਈ ਕੁਝ ਹੋਣਾ, ਤੁਸੀਂ ਵੇਖਿਓ ਤਾਂ ਸਹੀ। ਇਹ ਮੈਂ ਤੁਹਾਨੂੰ ਕਿਹਾ ਜਿਹੜੀ ਇਹ ਪਾਰਟੀ ਆਫ ਕਾਮੇਡੀਜ਼ ਬਣ ਗਈ ਹੈ ਨਾ, ਇਹ ਕਮੇਡੀਅਨਸ ਦੀ ਪਾਰਟੀ ਨੇ ਆਪਣਾ ਆਪ ਹੀ ਸਾਰਾ ਕੁਝ ਕੰਮ ਖਰਾਬ। ਲੀਡਰਾਂ ਨਾਲ ਗੱਲਬਾਤ ਹੁੰਦੀ ਹੋਊਗੀ, ਰਾਜਾ ਵੜਿੰਗ ਨੂੰ ਪ੍ਰਧਾਨ ਐਕਸੈਪਟ ਕਰ ਲਿਆ ਕਾਂਗਰਸ ਦੇ ਲੀਡਰਾਂ ਨੇ? ਦੇਖੋ ਕੱਲ ਦਾ ਜੇ ਯੂਥ ਦਾ ਪ੍ਰੈਜ਼ੀਡੈਂਟ ਸੀ, ਸੀਨੀਅਰ ਲੀਡਰਸ਼ਿਪ ਸ਼ਾਇਦ ਇਸ ਗੱਲ ਨਾਲ ਰਾਜੀ ਨਾ ਹੋਵੇ, ਪਰ ਚਲੋ ਜਦੋਂ ਪਾਰਟੀ ਕੋਈ ਡਿਸੀਜਨ ਲੈ, ਕਾਂਗਰਸ ਦਾ ਆਪਣਾ ਡਿਸੀਜਨ ਹੈ, ਅੱਛੀ ਗੱਲ ਹੈ। ਕਾਂਗਰਸ ਇਹੋ ਜਿਹਾ ਡਿਸੀਜਨ ਲਊਗੀ ਤੇ ਕਾਂਗਰਸ ਛੇਤੀ ਟੁੱਟੇਗੀ। ਤੁਹਾਡੇ ਲਈ ਮਤਲਬ ਫਾਇਦੇ ਦੀ ਗੱਲ ਹੈ? ਵੇਖ ਹੀ ਰਿਹਾ ਜੋ ਨਜ਼ਰ ਆ ਰਿਹਾ ਆਪਸ ਦੇ ਵਿੱਚ ਇਹਨਾਂ ਦਾ, ਜਿਸ ਕਿਸਮ ਨਾਲ ਸਮਝ ਲਓ ਵੀ ਇੱਕ ਦੂਜੇ ਨੂੰ ਮੰਨਦਾ ਹੀ ਕੋਈ ਨਹੀਂ। ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਵੀ ਮੈਂ ਤਾਂ ਮੰਨਦਾ ਹੀ ਕਿਸੇ ਨੂੰ ਨਹੀਂ, ਮੈਂ ਤਾਂ ਆਪਣੀ ਵਿਚਾਰਧਾਰਾ ਨਾਲ ਚੱਲਿਆ, ਮੈਂ ਤਾਂ ਪੰਜਾਬ ਲਈ ਸੋਚ ਰਿਹਾ। ਠੀਕ ਹੈ ਜੀ। ਸੋ ਹਰ ਪਾਰਟੀ ਦੀ ਆਪਣੀ ਆਪਣੀ ਉਹਨਾਂ ਦੀ ਸੋਚ ਹੈ। ਰਾਜਾ ਵੜਿੰਗ ਹੋਰੀ ਹੁਣ ਕਹਿੰਦੇ ਨੇ ਵੀ ਜੀ ਆਪਾਂ ਜਿਹੜਾ ਹੈ ਨਾ ਅਨੁਸ਼ਾਸਨਸ਼ੀਲਤਾ ਵੀ ਬਰਦਾਸ਼ਤ ਨਹੀਂ ਕਰਨੀ, ਤੇ ਆਪ ਉਹ ਮਨਪ੍ਰੀਤ ਬਾਦਲ ਨੂੰ ਹਰਾਉਣ ਦੀਆਂ ਗੱਲਾਂ ਕਰਦੇ। ਹਾਊ ਕੈਨ ਇਟ ਵਰਕ? ਸੀਨੀਅਰ ਲੀਡਰਸ ਜੇ ਤੁਸੀਂ ਇੱਕ ਦੂਜੇ ਨੂੰ ਮਾਰਨ ਦੀ ਗੱਲ ਕਰੋਗੇ, ਮਨਪ੍ਰੀਤ ਬਾਦਲ ਤਾਂ ਨਹੀਂ ਭਾਜਪਾ ਚ ਆ ਰਹੇ? ਦੇਖੋ ਅਜੇ ਕੀ ਹੁੰਦਾ ਹੈ। ਬੜਾ ਪੌਜ਼ ਦੇ ਕੇ ਤੁਸੀਂ ਇਸ ਗੱਲ ਦੇ ਉੱਤੇ ਜਵਾਬ ਦਿੱਤਾ, ਕੀ ਸਮਝੀ ਇਸ ਪੌਜ਼ ਨੂੰ, ਇਸ ਸੋਚ ਸਮਝ ਕੇ ਦਿੱਤੇ ਹੋਏ ਜਵਾਬ? ਮੈਂ ਕਿਹਾ ਵੀ ਚੰਗੇ ਬੰਦੇ ਦੀ ਬੀਜੇਪੀ ਦੇ ਵਿੱਚ ਜਗ੍ਹਾ ਹੈ। ਬਦਲ ਚੰਗੇ ਬੰਦੇ ਨੇ? ਨਹੀਂ, ਮੈਂ ਕਦੋਂ ਕਹਿੰਦਾ ਵੀ ਕੋਈ ਮਾੜੇ ਨੇ, ਮੈਂ ਇਸ ਦੀ ਗੱਲ ਨਹੀਂ ਕਰਦਾ, ਪਰ ਜੇ ਉਹ ਆਣਾ ਚਾਹਣਗੇ ਤੇ ਉਹ ਆਪਣੀ ਥੋੜਾ ਜਿਹਾ ਵਿਖਾਣਗੇ ਵੀ ਮੈਨੂੰ ਸੋਚੋ ਵਿਚਾਰੋ, ਤੇ ਫਿਰ ਪਾਰਟੀ ਵਿਚਾਰ ਕਰ ਸਕਦੀ। ਕਹਿੰਦੇ 5 ਸਾਲ ਇਹ ਦਿਖਾਇਆ ਕਿ ਖਜ਼ਾਨਾ ਖਾਲੀ ਹੈ, ਇਹ ਚੀਜ਼ ਦਿਖਾਈ ਹੈ ਪੰਜਾਬ 'ਚ, ਲੋਕਾਂ 'ਚ ਪਰਸੈਪਸ਼ਨ ਇਹ ਹੈ, ਔਰ ਲੋਕ ਕਾਫੀ ਦੁਖੀ ਵੀ ਹੋਏ ਸੀ ਮਨਪ੍ਰੀਤ ਬਾਦਲ ਤੋਂ ਕਿ ਖਜ਼ਾਨਾ ਖਾਲੀ ਹਮੇਸ਼ਾ ਇਹ ਕਹਿੰਦੇ ਰਹੇ। ਭਾਜਪਾ ਫਿਰ ਕੀ ਸੋਚ ਵਿਚਾਰ ਕਰੂਗੀ? ਨਹੀਂ, ਮੈਂ ਤਾਂ ਹੀ ਕਹਿਣਾ ਵੀ ਕਈ ਚੀਜ਼ਾਂ ਪਲੱਸ ਮਾਈਨਸ ਹੁੰਦੀਆਂ ਨੇ, ਤੇ ਲੋਕਾਂ ਵਿੱਚ ਜੇ ਕੋਈ ਲੀਡਰ ਪ੍ਰਚਲਿਤ ਹੁੰਦਾ ਹੈ ਤਾਂ ਉਹਨੂੰ ਹਰ ਬੰਦਾ ਕਹਿੰਦਾ ਵੀ ਪਾਰਟੀ 'ਚ ਉਹਨੂੰ ਲੈਣਾ ਚਾਹੀਦਾ ਹੈ। ਹੋ ਸਕਦੇ ਨੇ ਮਨਪ੍ਰੀਤ ਬਾਦਲ ਤੇ ਵੀ? ਨਹੀਂ, ਮੈਂ ਉਸ ਤੇ ਕੁਝ ਨਹੀਂ ਕਹਿ ਸਕਦਾ, ਪਾਰਟੀ ਲੀਡਰਸ਼ਿਪ ਨੇ ਡਿਸਾਈਡ ਕਰਨਾ। ਮੈਂ ਤਾਂ ਇੱਕ ਛੋਟਾ ਜਿਹਾ ਸਿਪਾਹੀ ਹਾਂ, ਮੈਂ ਤੇ ਆਪ ਕੱਲ ਅਜੇ ਪਾਰਟੀ ਜੁਆਇਨ ਕੀਤੀ। ਮੋਦੀ ਤੱਕ ਤੁਹਾਡੀ ਸਿੱਧੀ ਗੱਲਬਾਤ ਹੈ, ਤੁਸੀਂ ਕਹਿੰਦੇ ਹੋ ਪੀਐਮ ਮੋਦੀ ਜਾਣਦੇ ਨੇ, ਜੇਪੀ ਨੱਡਾ ਜਾਣਦੇ ਨੇ, ਅਮਿਤ ਸ਼ਾਹ ਜਾਣਦੇ, ਤੁਸੀਂ ਫਿਰ ਛੋਟੇ ਸਿਪਾਹੀ ਨਹੀਂ? ਨਹੀਂ, ਚਲੋ ਜਾਨਣਾ ਚੰਗੀ ਗੱਲ ਹੈ। ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਜੇ ਇੱਕ ਛੋਟੇ ਵਰਕਰ ਨੂੰ ਵੀ ਲੀਡਰਸ਼ਿਪ ਜਾਣਦੀ ਹੈ ਤੇ ਯੂ ਫੀਲ ਪ੍ਰਾਊਡ ਆਫ ਇਟ। ਧੰਨਵਾਦ ਬਾਜਵਾ ਸਾਹਿਬ। ਤਾਂ ਫਤਿਹ ਜੰਗ ਬਾਜਵਾ ਗੱਲਬਾਤ ਕਰ ਰਹੇ ਸੀ, ਕਹਿ ਰਹੇ ਸੀ ਕਿ ਕਾਂਗਰਸ ਦਾ ਹਾਲ ਟਾਈਟੈਨਿਕ ਸ਼ਿਪ ਵਾਂਗ ਹੋ ਗਿਆ ਹੈ, ਮੋਰੀਆਂ ਹੋ ਚੁੱਕੀਆਂ ਨੇ ਔਰ ਇਹ ਜਹਾਜ਼ ਹੁਣ ਡੁੱਬਦਾ ਹੋਇਆ ਨਜ਼ਰ ਆਊਗਾ। ਔਰ ਨਾਲ ਹੀ ਗੱਲਾਂ 'ਚ ਸੰਕੇਤ ਵੀ ਦੇ ਕੇ ਗਏ ਨੇ ਕਿ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਲੀਡਰ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਹੁਣ ਦੇਖਣਾ ਹੋਊਗਾ ਕਿ ਕਿਹੜੀਆਂ ਪਾਰਟੀਆਂ ਨੂੰ ਝਟਕਾ ਲੱਗਦਾ ਔਰ ਭਾਜਪਾ ਪੰਜਾਬ 'ਚ ਕਿੰਨੀ ਮਜ਼ਬੂਤ ਹੁੰਦੀ ਹੈ। ਕੈਮਰਾ ਪਰਸਨ ਸੁਰਿੰਦਰ ਕੁਮਾਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।